What are you doing this evening, Vikas? What? मैं पूछा की कर रहे तुसी आती शाम? Why don't you drop in at my place? क्यों की करेंगे मैं ਤੁਹਾਡੇ ਘਰ ਆ ਕੇ बैठांगे we will have some drinks ਹੋਰ ਕੀ ਸੌਰੀ ਮੈਂ ਸ਼ਰਾਬ ਨਹੀਂ ਪੀਂਦਾ ਫਿਰ ਕੀ ਹੈ ਕੁਝ ਹੋਰ ਮਜ਼ੇ ਕਰਾਂਗੇ ਤੁਹਾਡੇ ਬਜੇ ਕੀ ਨੇ ਕੈਪਟਨ ਕਪੂਰ ਕਿਸੇ ਬਾਜ਼ਾਰੋਂ ਔਰਤ ਨੂੰ ਆਪਣੇ ਘਰ ਲੈ ਕੇ ਆਉਂਗੇ ਤੁਹਾਡੀ ਪਤਨੀ ਤਾਂ ਕਈ ਮਹੀਨੇ ਤੋਂ ਤੁਹਾਡੇ ਨਾਲ ਹੀ ਰਹਿ ਰਹੀ ਹੈ ਨਾ ਯਾਰ ਇਹ ਕਿੱਦਾਂ ਬੋਲ ਰਹੇ ਹਨ ਅਸੀਂ ਦੋਵੇਂ ਇੱਕ ਹੀ ਰੈਂਕ ਦੇ ਅਫਸਰ ਹਾਂ ਦੋਸਤਾਂ ਨਾਲ ਗੱਲ ਕਰ ਹਰ ਅਪਰਾਧੀ ਮੇਰੇ ਲਈ ਦੁਸ਼ਮਣ ਹੈ ਨਾ ਤਾਂ ਮੈਂ ਉਹਨਾਂ ਨਾਲ ਉੱਠਦਾ ਬੈਠਦਾ ਨਾ ਹੀ ਕਦੇ ਕੋਈ ਗੱਲ ਕਰਦਾ अपराधी what the hell do you mean गोली मैनू लगी है तो तू मैनू अपराधी कह रहे है खूनी मैं हां या रामचंद्र तो अफसर है तो दूजे अफसर नाल प्यार नाल गल कर अफसरां वाले हरामी भाईचारे 'ਚ ਮੇਰਾ ਕੋਈ ਵਿਸ਼ਵਾਸ ਨਹੀਂ ਕੈਪਟਨ ਕਪੂਰ ਤੇ ਸੁਣ ਅੱਜ ਤੋਂ ਬਾਅਦ ਨਾ ਤਾਂ ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਕਰੀ ਤੇ ਨਾ ਹੀ ਕਦੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕਰੀ डोंट थ्रेटन मी बहुत वेखे मैं तेरे वर्गे ਅੱਛਾ ਕੈਪਟਨ ਕਪੂਰ ਤੁਹਾਨੂੰ ਬਾਂਗਲਾ ਭਾਸ਼ਾ ਆਉਂਦੀ ਹੈ नहीं क्यों ਬਾਂਗਲਾ ਭਾਸ਼ਾ ਦੇ ਵਿੱਚ ਇੱਕ ਕਹਾਵਤ ਹੈ ਬਾਘ ਯਾਨੀ ਸ਼ੇਰ ਜਦੋਂ ਝਪਟਾ ਮਾਰਦਾ ਨਾ ਪੂਰੇ 7 ਜ਼ਖਮ ਕਰਦਾ ਇਸ ਗੱਲ ਨੂੰ ਯਾਦ ਰੱਖੀ ਹਮੇਸ਼ਾ ਕਿ ਕੈਪਟਨ ਕਪੂਰ ਨੂੰ ਦੁਬਾਰਾ ਬੁਲਾਇਆ ਜਾਵੇ कैप्टन कपूर ਕੈਪਟਨ ਕਪੂਰ ਰਾਮਚੰਦਰ ਨੇ ਤੁਹਾਡੀ ਸ਼ਿਕਾਇਤ ਸੂਬੇਦਾਰ ਸਾਹਿਬ ਨੂੰ ਕਿਉਂ ਕੀਤੀ ਹੁਣ ਖਾਨਦਾਨੀ ਲੋਕ ਫੌਜ 'ਚ ਭਰਤੀ ਨਹੀਂ ਹੁੰਦੇ ਨੀਵੇਂ ਜਾਤ ਦੇ ਲੋਕਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਊ ਤੇ ਇਹੋ ਸਭ ਕੁਝ ਹੋਊਗਾ ਗੱਲ ਗੱਲ ਤੇ ਸ਼ਿਕਾਇਤਾਂ ਤਾਂ ਇਹ ਤੇ ਇੰਡੀਅਨ ਆਰਮੀ ਦਾ ਇੰਡੀਅਨ ਡਿਸਪਲਿਨ ਆਰਮੀ ਦੇ ਡਿਸਪਲਿਨ ਨੂੰ ਛੱਡੋ ਪਹਿਲਾਂ ਇਹ ਦੱਸੋ ਕਿ ਖਾਨਦਾਨੀ ਲੋਕ ਕੀ ਹੁੰਦੇ ਨੇ ਖਾਂਦੇ ਪੀਂਦੇ ਘਰ ਦੇ ਲੋਕ ਭੁੱਖਿਆਂ ਨੰਗਿਆਂ ਨੂੰ ਜਦੋਂ ਫੌਜ ਵਿੱਚ ਭਰਤੀ ਕੀਤਾ ਜਾਊ ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲੂਗੀ ਤਾਂ ਉਹਨਾਂ ਦਾ ਦਿਮਾਗ ਖਰਾਬ ਹੋਊਗਾ ਜਾਂ ਨਹੀਂ ਹੋਏਗਾ ਜ਼ਰੂਰ ਹੋਏਗਾ ਖਰ ਤੁਸੀਂ ਤਾਂ ਹੋਏ ਖਾਨਦਾਨੀ ਲੋਕ ਖਾਂਦੇ ਪੀਂਦੇ ਘਰ ਦੇ ਸੁਖੀ ਇਨਸਾਨ ਬੇਸ਼ੱਕ ਸਾਡਾ ਖਾਨਦਾਨ ਰਾਜਾ ਰਣਜੀਤ ਸਿੰਘ ਦੇ ਖਾਨਦਾਨ ਨਾਲ ਜੁੜਦਾ ਹੈ 4 ਪੀੜ੍ਹੀਆਂ ਤੋਂ ਸਾਡੇ ਖਾਨਦਾਨ ਨੇ ਰਾਜ ਕੀਤਾ ਹੈ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਮੇਰੇ ਬਜ਼ੁਰਗ ਹਰ ਫੀਲਡ ਵਿੱਚ ਅੱਗੇ ਕੋਈ ਆਈਸੀਐਸ ਕੋਈ ਪੀਸੀਐਸ ਕੋਈ ਆਈਐਸ ਆਫੀਸਰ ਬੜੀ ਜ਼ਬਰਦਸਤ ਲਾਈਨ ਹੈ ਜੋ ਤੁਹਾਡੀ ਆਫ ਕੋਰਸ ਐਂਡ ਆਈ ਐਮ ਪ੍ਰਾਊਡ ਆਫ ਇਟ ਤੁਹਾਡੇ ਪਿਤਾ ਜੀ ਕੀ ਕਰਦੇ ਸੀ ਹੀ ਵਾਸ ਐਨ ਆਈਪੀਐਸ ਡੀਆਈਜੀ ਹੋ ਕੇ ਰਿਟਾਇਰ ਹੋਏ ਪ੍ਰਾਈਜ਼ ਨਹੀਂ ਬਣ ਸਕੇ ਸੋ ਵਟ ਡੀਆਈਜੀ ਘੱਟ ਹੁੰਦੇ ਕਿ ਪ੍ਰਾਈਜ਼ ਜੀ ਕਿਉਂ ਨਹੀਂ ਬਣ ਸਕੇ ਸ਼ਾਇਦ ਉਹਨਾਂ ਦੀ ਸਰਵਿਸ ਮੈਦਾਨ ਨਹੀਂ ਸੀ ਇਹ ਝੂਠ ਹੈ 10 ਸਾਲ ਦੀ ਸਰਵਿਸ ਵਿੱਚੋਂ 2 ਵਾਰ ਸਸਪੈਂਡ ਹੋਏ ਸੀ ਤੇ ਉਹਨਾਂ ਦੇ ਖਿਲਾਫ ਇਨਕੁਆਇਰੀ ਵੀ ਹੋਈ ਸੀ ਪੋਲੀਟੀਕਲ ਕਲਾਇੰਟ ਦੀ ਵਜ੍ਹਾ ਨਾਲ ਕਿਸੇ ਵੀ ਬੁਰੇ ਦੇ ਨਾਲ ਬਟ ਹੀ ਵਾਸ vindicated with flying colors I think this whole conversation is incompetent, irrelevant and totally immaterial. This is not a proper cross-examination, sir. ਯੈਸ ਮੇਜਰ ਇਜ਼ ਰਾਈਟ ਕੈਪਟਨ ਡੋਇਲ ਤੁਸੀਂ ਉਹੀ ਸਵਾਲ ਪੁੱਛੋ ਜਿਨ੍ਹਾਂ ਦਾ ਸਿੱਧਾ ਸੰਬੰਧ ਰਾਮਚੰਦਰ ਜਾਂ ਕੈਪਟਨ ਕਪੂਰ ਨਾਲ ਹੈ। ਜੀ ਸਰ ਅੱਛਾ ਕੈਪਟਨ ਕਪੂਰ ਤੁਹਾਡੀ ਪਤਨੀ ਤਾਂ ਕਈ ਮਹੀਨਿਆਂ ਤੋਂ ਤੁਹਾਡੇ ਨਾਲ ਨਹੀਂ ਰਹਿ ਰਹੀ ਤੁਸੀਂ ਖਾਣਾ ਵਗੈਰਾ ਕਿੱਥੋਂ ਖਾਂਦੇ ਹੋ ਕਾਰੀ ਖਾਨਾ ਵਾ ਹੋਰ ਕਿੱਥੋਂ ਤੁਸੀਂ ਸ਼ਾਇਦ ਭੁੱਲ ਰਹੇ ਹੋ ਕਿ ਤੁਸੀਂ ਖਾਣਾ ਆਪਣੇ ਘਰੋਂ ਨਹੀਂ ਖਾਂਦੇ ਨਾ ਹੀ ਆਫੀਸਰ ਮੈਸ ਤੋਂ ਖਾਂਦੇ ਹੋ ਤੁਸੀਂ ਖਾਣਾ ਆਪਣੇ ਦੋਸਤ ਕੈਪਟਨ ਮੋਹਨ ਵਰਮਾ ਦੇ ਘਰੋਂ ਖਾ ਰਹੇ ਹੋ ਕੀ ਦੋਸਤ ਕਰ ਖਾਣਾ ਖਾਣਾ ਕ੍ਰਾਈਮ ਹੈ ਮੈਂ ਕਦੋਂ ਕਿਹਾ ਕ੍ਰਾਈਮ ਹੈ ਪਰ ਅੱਜ ਕੱਲ੍ਹ ਤਾਂ ਅਫਸਰਾਂ ਨੂੰ ਫ੍ਰੀ ਵਿੱਚ ਰਾਸ਼ਨ ਮਿਲਦਾ ਨਾ ਹਾਂ ਮਿਲਦਾ ਹੈ ਫਿਰ ਤੁਸੀਂ ਖਾਣਾ ਆਪਣੇ ਦੋਸਤ ਕੈਪਟਨ ਮੋਹਨ ਵਰਮਾ ਦੇ ਘਰੋਂ ਖਾਂਦੇ ਆ ਰਹੇ ਹੋ ਫਿਰ ਉਸ ਰਾਸ਼ਨ ਦਾ ਕੀ ਕਰਦੇ ਸੀ ਜੋ ਤੁਹਾਨੂੰ ਸਰਕਾਰ ਵੱਲੋਂ ਮੁਫਤ ਵਿੱਚ ਮਿਲਦਾ ਉਹ ਮੈਂ ਆਪਣੇ ਨੌਕਰਾਂ ਨੂੰ ਦੇ ਦਿੰਦਾ ਸੀ ਝੂਠ ਬਿਲਕੁਲ ਝੂਠ ਔਰ ਰਾਸ਼ਨ ਤੁਸੀਂ ਆਪਣੇ ਨੌਕਰਾਂ ਨੂੰ ਨਹੀਂ ਸੀ ਦਿੰਦੇ ਬਲਕਿ ਸਦਰ ਬਾਜ਼ਾਰ ਲਾਲਾ ਬਨਵਾਰੀ ਲਾਲਾ ਇੰਸਟੈਂਟ ਦੀ ਦੁਕਾਨ ਤੇ ਵੇਚਦਾ ਕਰਦੇ ਸੀ ਔਰ ਰਾਸ਼ਨ ਜੋ ਤੁਹਾਨੂੰ ਸਰਕਾਰ ਵੱਲੋਂ ਮੁਫਤ ਵਿੱਚ ਮਿਲਦਾ ਹੈ ਕਈ ਮਹੀਨੇ ਤੋਂ ਤੁਸੀਂ ਬਨਵਾਰੀ ਲਾਲਾ ਇੰਸਟੈਂਟ ਦੀ ਦੁਕਾਨ ਤੇ ਵੇਚਦੇ ਆ ਰਹੇ ਹੋ ਜੇ ਕਹੋ ਤਾਂ ਬਲਾਮਾ ਬਨਾਰੀ ਲਾ ਲੂ ਕੋਈ ਤੇ ਨਹੀਂ ਤੁਹਾਡੇ ਨੌਕਰਾਂ ਤੁਹਾਡੇ ਸੇਵਾਦਾਰ ਤੁਹਾਡੇ ਅਰਜ਼ੀ ਨੂੰ ਹੋਰ ਅਫਸਰ ਨੂੰ और अफसर की गल ना कर तू ये राशन बेचदा सी या नहीं मैनू लगदा अगला कोर्ट मार्शल तेरा ही करना पैना ਸ਼ਾਇਦ ਇਸ ਦੀ ਲੋੜ ਹੀ ਨਾ ਪਵੇ ਸਰ ਅੱਛਾ ਕੈਪਟਨ ਕਪੂਰ ਇਹ ਦੱਸੋ ਕਿ ਤੁਸੀਂ ਰਾਮਚੰਦਰ ਤੋਂ 5000 ਮੀਟਰ ਦੀ ਦੌੜ ਕਿਉਂ ਹਾਰੇ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਰਾਮਚੰਦਰ ਡੰਗਰ ਚਾਰਦਾ ਸੀ ਸਾਰਾ ਦਿਨ ਜਾਨਵਰਾਂ ਦੇ ਪਿੱਛੇ ਦੌੜਦਾ ਰਹੇਗਾ ਨਾਲੇ ਮੈਨੂੰ ਫੌਜ ਵਿੱਚ ਦੌੜ ਵਿੱਚ ਰਾ ਕੇ ਕਿਤੇ ਸੁਪਰਮੈਨ ਨਹੀਂ ਬਣ ਗਿਆ ਮੈਂ ਕਦੋਂ ਕਿਹਾ ਸੁਪਰਮੈਨ ਬਣ ਗਿਆ ਪਰ ਮੈਂ ਦੱਸਦਾ ਕਿ ਤੁਸੀਂ ਦੌੜ ਵਿੱਚ ਕਿਉਂ ਹਾਰੇ ਸੀ ਕਿਉਂਕਿ ਤੁਸੀਂ ਦਿਨ ਰਾਤ ਸ਼ਰਾਬ ਪੀਂਦੇ ਸੀ ਤੁਹਾਡੀ ਮਹਿਸ ਦਾ ਬਿੱਲ ਵੇਖ ਕੇ ਸੀਓ ਸਾਹਿਬ ਨੇ 2 ਵਾਰ ਤੁਹਾਨੂੰ ਫੋਨ ਕੀਤਾ ਸੀ ਰਾਮਚੰਦਰ ਤੋਂ ਦੌੜ ਹਾਰ ਕੇ ਤੁਹਾਡਾ ਖਾਨਦਾਨੀ ਕਮਾਂਡ ਟੁੱਟ ਚੁੱਕਿਆ ਸੀ ਇਸ ਲਈ ਤੁਸੀਂ ਉਸ ਨੂੰ ਆਪਣਾ ਸੇਵਾਦਾਰ ਬਣਾ ਲਿਆ ਤਾਂ ਕਿ ਗੱਲ ਤੇ ਉਸ ਨੂੰ ਅਪਮਾਨਿਤ ਕੀਤਾ ਜਾ ਸਕੇ ਉਸ ਤੋਂ ਆਪਣੀ ਦੁਸ਼ਮਣੀ ਕੱਢੀ ਜਾ ਸਕੇ ਦੁਸ਼ਮਣੀ ਬਰਾਬਰ ਵਾਲਿਆਂ ਨਾਲ ਕੀਤੀ ਜਾਂਦੀ ਹੈ ਛੋਟੇ ਲੋਕਾਂ ਨਾਲ ਨਹੀਂ ਛੋਟੇ ਲੋਕ ਮਤਲਬ ਛੋਟੇ ਲੋਕ ਜਿਵੇਂ ਕਿ ਰਾਮਚੰਦਰ ਐਸਾ ਨਹੀਂ ਤੁਸੀਂ ਉਸ ਨੂੰ ਚੂੜਾ ਦੇ ਪੰਗੀ ਕਿਆ ਕਰਦੇ ਸੀ ਪੰਗੀ ਨੂੰ ਕਹੂੰਗਾ ਤਾਂ ਹੋਰ ਕੀ ਕਹੂੰਗਾ ਕੋਈ ਕ੍ਰਾਈਮ ਨਹੀਂ ਹੁੰਦਾ ਮਿਸਟਰ ਭਿਖਾਰੀ ਦਾਸ ਕਪੂਰ ਠੀਕ ਤਰ੍ਹਾਂ ਮੇਰਾ ਨਾਮ ਲਓ ਬੀਡੀ ਕਪੂਰ ਤੁਹਾਡੇ 10ਵੀਂ ਦੇ ਪ੍ਰਮਾਣ ਪੱਤਰ ਤੇ ਤੁਹਾਡਾ ਪੂਰਾ ਨਾਮ ਲਿਖਿਆ ਭਿਖਾਰੀ ਦਾਸ ਕਪੂਰ I have changed my name. Don't call me by any other name. ਕਿਉਂ
ਤੁਸੀਂ ਚੂੜੇ ਨੂੰ ਚੂੜਾ ਤੇ ਪੰਗੀ ਨੂੰ ਪੰਗੀ ਕਹਿ ਸਕਦੇ ਹੋ ਤੇ ਮੈਂ ਤੁਹਾਨੂੰ ਤੋਂ ਅਸਲੀ ਨਾਮ ਨਾਲ ਨਹੀਂ ਬੁਲਾ ਸਕਦਾ। ਭਿਖਾਰੀ ਦਾਸ ਕਪੂਰ। ਅਦਰਵਾਈਜ਼ ਕੀ ਕਰੋਗੇ? ਥੱਪੜ ਮਾਰੋਗੇ ਜਿਵੇਂ ਰਾਮਚੰਦਰ ਨੇ ਮਾਰਿਆ ਸੀ ਜਦੋਂ ਉਸਨੇ ਚੂੜਾ ਤੇ ਪੰਗੀ ਕਹਿਣ ਤੋਂ ਰੋਕਿਆ? ਮਾਰਾਂਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੀ ਪਤਨੀ ਦੇ ਮਾਰਦੇ ਸੀ ਜਦੋਂ ਉਸਨੇ ਕਿਹਾ ਸੀ ਤੂੰ ਮਰਦ ਨਹੀਂ ਹੈ, ਨਪੁੰਸਕ ਹੈ, ਯੂ ਆਰ ਇੰਪੋਰਟੈਂਟ। You son of a bitch, motherfucker! I will kill you! Give me a gun! I will kill this bastard! Give me a gun! I will kill you, bastard! I will kill you! Give me a gun! I will kill this bastard! I will kill you, bastard! Give me a gun! I will kill this bastard! I will kill you, bastard! I will kill you! एक योर सीट कैप्टन कपूर, बाकी सारे भी अपनी अपनी जगह पे बैठो। सूबेदार साहब 10 ਜੂਨ ਦੀ ਰਾਤ 9 ਵਜੇ ਤੁਸੀਂ ਕਿੱਥੇ ਸੀ? ਮੈਂ ਉਸ ਵੇਲੇ ਰੈਜੀਮੈਂਟ ਦੇ ਗਾਰਡ ਹਾਊਸ ਕੋਲ ਸੀ। ਤੁਸੀਂ ਉੱਥੇ ਕੀ ਕਰ ਰਹੇ ਸੀ? ਕੀ ਤੁਸੀਂ ਨਾਈਟ ਡਿਊਟੀ ਉੱਤੇ ਸੀ? ਜੀ ਨਹੀਂ ਸਰ, ਮੈਂ ਡਿਊਟੀ ਉੱਪਰ ਨਹੀਂ ਸੀ। ਉਸ ਰਾਤ ਲਾਈਟ ਚਲੇ ਗਈ ਸੀ। ਮੇਰਾ ਕੁਆਟਰ ਗਾਰਡ ਹਾਊਸ ਦੇ ਬਹੁਤ ਨਜ਼ਦੀਕ ਹੈ ਸਰ। ਗਰਮੀ ਬਹੁਤ ਸੀ, ਇਸ ਲਈ ਮੈਂ ਤੇ ਹਵਲਦਾਰ ਰਾਜ ਸਿੰਘ ਬਾਹਰ ਮੈਦਾਨ 'ਚ ਟਹਿਲ ਰਹੇ ਸੀ। ਉਸ ਰਾਤ ਗਾਰਡ ਡਿਊਟੀ ਉੱਤੇ ਕੌਣ ਸੀ? ਸਵਾਰ ਰਾਮਚੰਦਰ। 10 ਜੂਨ ਦੀ ਰਾਤ 9 ਵਜੇ ਤੁਸੀਂ ਕੀ ਵੇਖਿਆ? ਗਾਰਡ ਹਾਊਸ ਦੇ ਕੋਲੋਂ ਇੱਕ ਮੋਟਰਸਾਈਕਲ ਲੰਘ ਰਹੀ ਸੀ। ਉਸ ਉੱਪਰ ਕਿੰਨੇ ਆਦਮੀ ਸਵਾਰ ਸੀ? 2। ਕੀ ਉਹਨਾਂ ਨੇ ਹੈਲਮਟ ਪਾਏ ਹੋਏ ਸੀ? ਜੀ ਨਹੀਂ। ਫਿਰ ਤਾਂ ਤੁਸੀਂ ਉਹਨਾਂ ਨੂੰ ਪਹਿਚਾਨ ਹੀ ਲਿਆ ਹੋਵੇਗਾ। ਜੀ ਹਾਂ, ਕੈਪਟਨ ਮੋਹਨ ਵਰਮਾ ਮੋਟਰਸਾਈਕਲ ਚਲਾ ਰਹੇ ਸੀ ਤੇ ਕੈਪਟਨ ਕਪੂਰ ਉਹਨਾਂ ਦੇ ਪਿੱਛੇ ਬੈਠੇ ਸੀ। ਜੇ ਇੰਨੀ ਦੂਰੀ ਤੋਂ ਲਗਭਗ 100 ਮੀਟਰ ਦੀ ਦੂਰੀ ਤੋਂ ਚੱਲਦੇ ਹੋਏ ਮੋਟਰਸਾਈਕਲ ਤੇ ਤੁਸੀਂ ਆਪਣੀ ਰੈਜੀਮੈਂਟ ਦੇ 2 ਅਫਸਰਜ਼ ਨੂੰ ਪਹਿਚਾਨ ਲਿਆ ਤਾਂ ਗਾਰਡ ਡਿਊਟੀ ਤੇ ਤੈਨਾਤ ਰਾਮਚੰਦਰ ਨੇ ਵੀ ਪਹਿਚਾਨ ਲਿਆ ਹੋਵੇਗਾ। ਜੀ ਸਰ। ਫਿਰ ਉਸ ਤੋਂ ਬਾਅਦ ਕੀ ਹੋਇਆ? ਜਦੋਂ ਮੋਟਰਸਾਈਕਲ ਗਾਰਡ ਹਾਊਸ ਕੋਲ ਪਹੁੰਚੀ ਤਾਂ ਰਾਮਚੰਦਰ ਨੇ ਗੋਲੀ ਚਲਾ ਦਿੱਤੀ। ਪਹਿਲੀ ਗੋਲੀ ਕੈਪਟਨ ਵਰਮਾ ਨੂੰ ਜਾ ਲੱਗੀ ਤਾਂ ਮੋਟਰਸਾਈਕਲ ਸੜਕ ਤੋਂ ਹੇਠਾਂ ਉਤਰ ਗਈ। ਗਾਰਡ ਹਾਊਸ ਤੋਂ ਥੋੜੇ ਜਿਹੇ ਫਾਸਲੇ ਤੱਕ ਵੱਡਾ ਦਰਖਤ ਹੈ ਤੇ ਗੱਡੀ ਦਾ ਅਗਲਾ ਪਹੀਆ ਉਸੇ ਦਰਖਤ ਨਾਲ ਜਾ ਟਕਰਾਇਆ ਤੇ ਜਦੋਂ ਗੱਡੀ ਜ਼ਮੀਨ ਤੇ ਡਿੱਗ ਪਈ ਤਾਂ ਰਾਮਚੰਦਰ ਨੇ ਦੂਸਰੀ ਗੋਲੀ ਚਲਾ ਦਿੱਤੀ। ਫਿਰ ਕੀ ਹੋਇਆ? ਦੂਸਰੀ ਗੋਲੀ ਕੈਪਟਨ ਕਪੂਰ ਦੇ ਮੋਢੇ ਦੇ ਹੇਠ ਲੇਸੇ ਤੇ ਲੱਗੀ। ਮੋਟਰਸਾਈਕਲ ਡਿੱਗ ਪਈ। ਰਾਮਚੰਦਰ ਵੀ ਉਸੇ ਪਾਸੇ ਦੌੜ ਪਿਆ। ਉੱਥੇ ਪਹੁੰਚ ਕੇ ਉਸਨੇ ਫਿਰ ਰਾਈਫਲ ਤਾਣ ਲਈ, ਗੋਲੀ ਚਲਾਉਣ ਲਈ। ਪਰ ਉਦੋਂ ਤੱਕ ਮੈਂ ਤੇ ਹਵਲਦਾਰ ਰਾਜ ਸਿੰਘ ਉੱਥੇ ਦੌੜ ਕੇ ਪਹੁੰਚ ਚੁੱਕੇ ਸੀ। ਅਸੀਂ ਝਪਟ ਕੇ ਰਾਮਚੰਦਰ ਨੂੰ ਪਿੱਛੋਂ ਪਕੜ ਲਿਆ। ਜਦੋਂ ਤੁਸੀਂ ਚਪਟ ਕੇ ਰਾਮਚੰਦਰ ਨੂੰ ਫੜਿਆ ਤਾਂ ਉਸਨੇ ਰਾਈਫਲ ਕਿਸ ਵੱਲ ਤਾਣ ਰੱਖੀ ਸੀ? ਜ਼ਖਮੀ ਹੋ ਚੁੱਕੇ ਕੈਪਟਨ ਕਪੂਰ ਦੇ ਵੱਲ। ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਦੋਹਾਂ ਨੇ ਚਪਟ ਕੇ ਰਾਮਚੰਦਰ ਨੂੰ ਨਾ ਫੜਿਆ ਹੁੰਦਾ ਤਾਂ ਉਹ ਜ਼ਖਮੀ ਹੋ ਚੁੱਕੇ ਕੈਪਟਨ ਕਪੂਰ ਦਾ ਵੀ ਮਰਡਰ ਕਰ ਦਿੰਦਾ। ਜੀ ਸਰ। ਫਿਰ ਕੀ ਹੋਇਆ? ਗੋਲੀ ਦੀ ਆਵਾਜ਼ ਸੁਣ ਕੇ ਬਹੁਤ ਸਾਰੇ ਜਵਾਨ ਬੈਰਕਾਂ ਚੋਂ ਬਾਹਰ ਆ ਗਏ ਤੇ ਮੌਕੇ ਵਾਰਦਾਤ ਤੇ ਪਹੁੰਚ ਗਏ। ਸਭ ਦੇ ਸਾਹਮਣੇ ਰਾਮਚੰਦਰ ਚੀਖ ਚੀਖ ਕੇ ਕਹਿ ਰਿਹਾ ਸੀ, ਮੈਂ ਚਲਾਈ ਇਹ ਗੋਲੀ, ਛੱਡ ਦਿਓ ਮੈਨੂੰ, ਮੈਂ ਇਸ ਕੈਪਟਨ ਕਪੂਰ ਨੂੰ ਵੀ ਮਾਰ ਦਿਆਂਗਾ, ਇਸ ਨੂੰ ਜਿਉਂਦਾ ਨਹੀਂ ਛੱਡਾਂਗਾ। ਉਦੋਂ ਤੱਕ ਅਸੀਂ ਉਸਦੇ ਹੱਥਾਂ ਵਿੱਚੋਂ ਰਾਈਫਲ ਖੋ ਚੁੱਕੇ ਸੀ। ਬੜੀ ਮੁਸ਼ਕਿਲ ਨਾਲ 4-5 ਜਵਾਨ ਰਾਮਚੰਦਰ ਨੂੰ ਕਾਬੂ ਕਰ ਸਕੇ। ਰੱਬ ਜਾਣੇ ਇੰਨੀ ਤਾਕਤ ਕਿਵੇਂ ਆ ਗਈ ਉਸ ਰਾਤ ਰਾਮਚੰਦਰ ਵਿੱਚ। ਥੈਂਕ ਯੂ ਸੂਬੇਦਾਰ ਸਾਹਿਬ। ਮੈਂ ਗਵਾਹ ਕੋਲੋਂ ਹੋਰ ਕੁਝ ਨਹੀਂ ਪੁੱਛਣਾ ਸਰ। ਕੈਪਟਨ ਰॉय, ਤੁਸੀਂ ਗਵਾਹ ਤੋਂ ਸਵਾਲ ਪੁੱਛ ਸਕਦੇ ਹੋ। ਜੀ ਸਰ। ਅੱਛਾ ਸੂਬੇਦਾਰ ਸਾਹਿਬ, ਤੁਸੀਂ ਰਾਮਚੰਦਰ ਨੂੰ ਕਦੋਂ ਤੋਂ ਜਾਣਦੇ ਹੋ? ਸਰ ਪਿਛਲੇ 3 ਸਾਲਾਂ ਤੋਂ ਟ੍ਰੇਨਿੰਗ ਸੈਂਟਰ ਤੋਂ ਹੀ ਰਾਮਚੰਦਰ ਦੀ ਪੋਸਟਿੰਗ ਸਾਡੀ ਰੈਜੀਮੈਂਟ ਵਿੱਚ ਹੋਈ ਸੀ। ਇਹਨਾਂ 3 ਸਾਲਾਂ ਵਿੱਚ ਰਾਮਚੰਦਰ ਦੀ ਕਿਸੇ ਨਾਲ ਕੋਈ ਲੜਾਈ ਹੋਈ, ਕੋਈ ਝਗੜਾ ਹੋਇਆ? ਨਹੀਂ ਸਰ, ਲੜਾਈ ਜਾਂ ਝਗੜਾ ਦੂਰ, ਰਾਮਚੰਦਰ ਦੀ ਤਾਂ ਕਿਸੇ ਨਾਲ ਬਹਿਸ ਜਨਬਨ ਤੱਕ ਨਹੀਂ ਹੋਈ। ਇੱਕਦਮ ਗਊ ਆਦਮੀ ਹੋ। ਕੋਈ ਵੀ ਡਿਊਟੀ ਤੁਸੀਂ ਜਾਂ ਕਦੀ ਕਿਸੇ ਹੋਰ ਅਫਸਰ ਨੇ ਦਿੱਤੀ ਹੋਵੇ, ਉਸ ਨੂੰ ਕਰਨ ਵਿੱਚ ਰਾਮਚੰਦਰ ਨੇ ਕੋਈ ਆਨਾਕਾਨੀ, ਕੋਈ ਲਾਪਰਵਾਹੀ ਵਰਤੀ ਹੋਵੇ? ਨਹੀਂ ਸਰ, ਬਿਲਕੁਲ ਨਹੀਂ, ਕਦੀ ਨਹੀਂ। ਰਾਮਚੰਦਰ ਨੇ ਹਮੇਸ਼ਾ ਆਪਣੀ ਹਰ ਡਿਊਟੀ ਇਮਾਨਦਾਰੀ ਤੇ ਮੁਸਤੈਦੀ ਨਾਲ ਕੀਤੀ ਹੈ। ਉਸਦੇ ਖਿਲਾਫ ਕਦੀ ਵੀ ਕੋਈ ਸ਼ਿਕਾਇਤ ਨਹੀਂ ਆਈ। ਕੈਪਟਨ ਮੋਹਨ ਵਰਮਾ ਜੋ ਕਿ ਮਰ ਚੁੱਕੇ ਨੇ, ਜਾਂ ਕੈਪਟਨ ਕਪੂਰ ਨੇ ਕਦੇ ਕੋਈ ਉਸਦੇ ਖਿਲਾਫ ਸ਼ਿਕਾਇਤ ਕੀਤੀ ਹੋਵੇ, ਮੇਰੇ ਮਤਲਬ ਸਜ਼ਾ ਵਗੈਰਾ ਦਿੱਤੀ ਹੋਵੇ? ਨਹੀਂ ਸਰ। ਫਿਰ ਰਾਮਚੰਦਰ ਨੇ ਗੋਲੀ ਕਿਉਂ ਚਲਾਈ, ਕਿਉਂ ਕੀਤੀ ਇਹ ਹੱਤਿਆ? ਮੈਨੂੰ ਕੀ ਪਤਾ ਸਰ, ਮੈਂ ਜੋ ਦੇਖਿਆ ਉਹ ਤੁਹਾਨੂੰ ਦੱਸ ਦਿੱਤਾ। ਸੂਬੇਦਾਰ ਸਾਹਿਬ, ਸੱਚ ਕੀ ਸਿਰਫ ਉਹਨੇ ਹੁੰਦਾ ਜਿਹਨੇ ਦਿਖਾਈ ਦੇਵੇ? ਸੱਚ ਦਾ ਸਿਰਫ ਇੱਕ ਹਿੱਸਾ ਅਸੀਂ ਆਪਣੀ ਅੱਖਾਂ ਨਾਲ ਦੇਖਦੇ ਹਾਂ ਤੇ ਉਸੇ ਨੂੰ ਪੂਰੇ ਦਾ ਪੂਰਾ ਸੱਚ ਮੰਨਣ ਦੀ ਗਲਤੀ ਕਰ ਬੈਠਦੇ ਹਾਂ। ਫਿਰ ਇਹ ਜ਼ਰੂਰੀ ਵੀ ਨਹੀਂ ਹੈ ਕਿ ਜੋ ਕੁਝ ਵੀ ਅਸੀਂ ਤੁਸੀਂ ਦੇਖੀਏ ਉਹ ਸਭ ਕੁਝ ਸੱਚ ਹੀ ਹੋਵੇ। ਨਹੀਂ ਸਰ, ਅੱਖੀ ਦੇਖੀ ਗੱਲ ਹਮੇਸ਼ਾ ਸੱਚ ਹੁੰਦੀ ਹੈ। ਅੱਛਾ, ਜਿਸ ਜਗ੍ਹਾ ਤੁਸੀਂ ਖੜੇ ਹੋ ਕੀ ਇਹ ਹਿਲ ਰਹੀ ਹੈ? ਨਹੀਂ। ਕੀ ਕੋਰਟ ਰੂਮ ਹਿਲ ਰਿਹਾ, ਘੁੰਮ ਰਿਹਾ? ਨਹੀਂ। ਤੁਸੀਂ ਆਪਣੀ ਅੱਖੀ ਦੇਖੀ ਗੱਲ ਕਰ ਰਹੇ ਹੋ ਨਾ, ਪਰ ਤੁਹਾਡੀ ਅੱਖੀ ਦੇਖੀ ਗੱਲ ਗਲਤ ਹੈ, ਬਿਲਕੁਲ ਗਲਤ। ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ਧਰਤੀ ਘੁੰਮਦੀ ਹੈ, ਆਪਣੀ ਧੁਰੀ ਦਿਵਾਲੇ ਵੀ ਤੇ ਸੂਰਜ ਦੇ ਚਾਰੇ ਪਾਸੇ ਵੀ, ਪਰ ਤੁਹਾਡੇ ਨਾ ਦੇਖਣ ਦੇ ਨਾਲ ਇਹ ਸੱਚ ਝੂਠ ਵਿੱਚ ਨਹੀਂ ਬਦਲ ਜਾਏਗਾ। ਜ਼ਮੀਨ ਘੁੰਮਣ ਵਾਲੇ ਮੁਕੱਦਮੇ ਦਾ ਕੀ ਮਤਲਬ? ਕੈਪਟਨ ਰਾਏ ਜਾਣਬੁੱਝ ਕੇ ਗਵਾਹ ਨੂੰ ਕੰਫਿਊਜ਼ ਕਰ ਰਹੇ ਨੇ। ਇਹਨਾਂ ਨੂੰ ਸਿਰਫ ਉਹੀ ਸਵਾਲ ਪੁੱਛਣ ਦਾ ਹੱਕ ਹੈ ਜੋ ਇਸ ਮੁਕੱਦਮੇ ਦੇ ਨਾਲ ਜੁੜੇ ਨੇ। मेजर पुरी राइट कैप्टन रॉय, ਇਹਨਾਂ ਸਵਾਲਾਂ ਦਾ ਇਸ ਮੁਕੱਦਮੇ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਪਹਿਲਾਂ ਵੀ ਵਾਰਨ ਕਰ ਚੁੱਕਾ ਕਿ ਕੋਰਟ ਦਾ ਸਮਾਂ ਬਰਬਾਦ ਨਾ ਕੀਤਾ ਜਾਏ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸਰ।
ਸਮਾਂ ਬਹੁਤ ਕੀਮਤੀ ਹੁੰਦਾ ਹੈ, ਇਸ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਉਦੋਂ ਜਦੋਂ ਕਿਸੇ ਨੂੰ ਫਾਂਸੀ ਦੇ ਤਖਤੇ ਤੇ ਚੜਾਇਆ ਜਾ ਰਿਹਾ ਹੋਵੇ। ਮੈਂ ਤਾਂ ਬਸ ਇਹ ਦੱਸਣ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੱਚ ਨਾ ਤਾਂ ਇੰਨਾ ਛੋਟਾ ਹੁੰਦਾ ਹੈ, ਨਾ ਹੀ ਇੰਨਾ ਆਸਾਨ ਕਿ ਜਿਸ ਨੂੰ ਦੇਖ ਕੇ ਸਮਝ ਲਿਆ ਜਾਵੇ। ਕੈਪਟਨ ਰੋਏ ਜੇ ਗਵਾਹ ਤੋਂ ਕੁਝ ਹੋਰ ਪੁੱਛਣਾ ਹੋਇਆ ਤਾਂ ਪੁੱਛੋ। ਜੀ ਸਰ। ਅੱਛਾ ਸੂਬੇਦਾਰ ਸਾਹਿਬ, ਇਹ ਦੱਸੋ ਕਿ ਜਿਸ ਰਾਤ ਇਹ ਘਟਨਾ ਹੋਈ ਉਸ ਰਾਤ ਗੁਪਤ ਸੰਕੇਤਕ ਸ਼ਬਦ ਕੀ ਸੀ? ਜੀ ਕੀ ਸੀ? ਮੇਰਾ ਮਤਲਬ ਪਾਸਵਰਡ, ਉਸ ਰਾਤ ਪਾਸਵਰਡ ਕੀ ਸੀ? ਮੈਂ ਕੈਪਟਨ ਰਾਏ ਨੂੰ ਸਲਾਹ ਦੇਵਾਂਗਾ ਕਿ ਉਹ ਇੰਨੇ ਮੁਸ਼ਕਿਲ ਸ਼ਬਦ ਨਾ ਬੋਲਣ ਜੋ ਕਿ ਕਿਸੇ ਨੂੰ ਸਮਝ ਵਿੱਚ ਹੀ ਨਾ ਆਉਣ। ਜੀ ਸਰ, ਮੈਂ ਕੋਸ਼ਿਸ਼ ਕਰਾਂਗਾ। ਅੱਛਾ ਸੂਬੇਦਾਰ ਸਾਹਿਬ, ਇਹ ਦੱਸੋ ਕਿ ਤੁਸੀਂ ਆਪਣੇ ਜਵਾਨਾਂ ਨੂੰ ਹਦਾਇਤ ਦੇ ਰੱਖੀ ਹੈ ਕਿ ਅਫਸਰ ਨੂੰ ਪਹਿਚਾਨ ਲੈਣ ਤੇ ਉਹਨਾਂ ਤੋਂ ਉਹਨਾਂ ਦੀ ਆਇਡੈਂਟੀਟੀ ਨਾ ਪੁੱਛੀ ਜਾਵੇ, ਬਿਲਕੁਲ ਨਹੀਂ ਪਾਸਵਰਡ ਨਾ ਸਰ, ਪੁੱਛਿਆ ਜਾਵੇ? ਬਿਲਕੁਲ ਨਹੀਂ ਸਰ। ਮੈਂ ਕੌਣ ਹੁੰਦਾ ਹਾਂ ਜੋ ਹਿਦਾਇਤ ਕਰਨ ਵਾਲਾ? ਔਰ ਰੂਲ ਇਜ਼ ਰੂਲ। ਗਾਰਡ ਹਰ ਹਾਲਤ ਵਿੱਚ ਰੋਕੇਗਾ ਤੇ ਪਾਸਵਰਡ ਪੁੱਛੇਗਾ। ਮੇਰੀ 20 ਸਾਲ ਦੀ ਸਰਵਿਸ ਹੈ ਸਰ, ਬੇਦਾਗ ਸਰਵਿਸ। ਇਹ ਮੈਨੂੰ ਇੰਨੀ ਗੱਲ ਵੀ ਪਤਾ ਨਹੀਂ ਹੋਗੀ? ਹੋਏਗੀ, ਜ਼ਰੂਰ ਹੋਏਗੀ। ਮੈਂ ਜਾਣਦਾ ਕਿ ਤੁਸੀਂ ਅਜਿਹੀ ਗਲਤ ਹਦਾਇਤ ਦੇ ਹੀ ਨਹੀਂ ਸਕਦੇ। ਬਹਰਹਾਲ ਉਸ ਰਾਤ ਜਦੋਂ ਇਹ ਦੋਨੋਂ ਅਫਸਰ ਗਾਰਡ ਚੌਕੀ ਦੇ ਕੋਲ ਪਹੁੰਚੇ ਤਾਂ ਕੀ ਰਾਮਚੰਦਰ ਨੇ ਇਹਨਾਂ ਦੋਨਾਂ ਅਫਸਰਾਂ ਨੂੰ ਥੰਮ ਕੌਣ ਹੈਗੇ ਕਿ ਲਲਕਾਰਿਆ ਸੀ? ਨਹੀਂ ਸਰ, ਮੈਂ ਸਭ ਕੁਝ ਆਪਣੀ ਅੱਖਾਂ ਨਾਲ ਵੇਖਿਆ ਸੀ। ਮੈਂ ਵੇਖਣ ਦੀ ਨਹੀਂ, ਸੁਣਨ ਦੀ ਗੱਲ ਕਰ ਰਿਹਾ ਸੂਬੇਦਾਰ ਸਾਹਿਬ। ਕੀ ਰਾਮਚੰਦਰ ਨੇ ਲਲਕਾਰਿਆ ਸੀ ਜਾਂ ਨਹੀਂ? ਜੋ ਮੈਂ ਸੁਣਿਆ ਹੀ ਨਹੀਂ ਤਾਂ ਕਿਵੇਂ ਕਹਦੇ ਲਲਕਾਰਿਆ ਸੀ? ਤੁਸੀਂ ਨਹੀਂ ਸੁਣਿਆ ਤੇ ਮਤਲਬ ਰਾਮਚੰਦਰ ਨੇ ਨਹੀਂ ਕਿਹਾ? ਰਾਮਚੰਦਰ ਨੇ ਕਿਹਾ ਹੁੰਦਾ ਤਾਂ ਮੈਂ ਜ਼ਰੂਰ ਸੁਣਿਆ ਹੁੰਦਾ। ਤੁਸੀਂ ਘਟਨਾ ਵਾਲੀ ਥਾਂ ਤੋਂ 500 ਮੀਟਰ ਦੀ ਦੂਰੀ ਤੇ ਟਹਿਲ ਰਹੇ ਸੀ। 100 ਮੀਟਰ ਦੀ ਦੂਰੀ ਤੇ ਸਰ, ਮੇਜਰਪੁਰੀ ਨੇ ਹੁਣੇ ਦੱਸਿਆ ਸੀ। ਮੇਜਰਪੁਰੀ ਨੇ ਕਿਹਾ ਤੇ ਤੁਸੀਂ ਬਣ ਗਏ ਕਿ ਦੂਰੀ 100 ਮੀਟਰ ਦੀ ਸੀ। ਤੁਸੀਂ ਦੂਰੀ ਮਾਪੀ ਸੀ ਬੀਤੇ ਨਾਲ ਨਹੀਂ, ਪਰ ਮੈਂ ਮਾਪੀ ਸੀ। ਤੁਸੀਂ ਘਟਨਾ ਵਾਲੀ ਥਾਂ ਤੋਂ 500 ਮੀਟਰ ਦੀ ਦੂਰੀ ਤੇ ਟਹਿਲ ਰਹੇ ਸੀ। ਮੋਟਰਸਾਈਕਲ ਚੱਲ ਰਹੀ ਸੀ ਤੇ ਚੱਲਦੀ ਮੋਟਰਸਾਈਕਲ ਦੀ ਆਵਾਜ਼ ਵਿੱਚ ਤੁਸੀਂ ਰਾਮਚੰਦਰ ਦੀ ਲਲਕਾਰ ਸੁਣੀ ਨਹੀਂ ਸੀ ਸਕਦੇ, ਬਿਲਕੁਲ ਨਹੀਂ ਸੀ ਸੁਣ ਸਕਦੇ। ਕੈਪਟਨ ਰਾਏ ਗਵਾਹ ਨੂੰ ਜਾਣਬੁੱਝ ਕੇ ਕਨਫਿਊਜ਼ ਕਰ ਰਹੇ ਨੇ ਸਰ। ਇਹਨਾਂ ਗੱਲਾਂ ਦਾ ਕਤਲ ਨਾਲ ਕੋਈ ਤਾਲੁਕ ਨਹੀਂ ਹੈ। ਤਾਲੁਕ ਹੈ ਕਿ ਮੈਂ ਹੁਣ ਵੀ ਵਕਤ ਜ਼ਾਇਆ ਕਰ ਰਿਹਾ ਸਰ? नो यू मे कंटिन्यू। ਅੱਛਾ ਸੂਬੇਦਾਰ ਸਾਹਿਬ, ਇਹ ਗੱਲ ਦੱਸੋ ਕਿ ਅਗਰ ਗਾਰਡ ਦੇ ਚੈਲੰਜ ਕਰਨ ਤੇ ਵੀ ਕੋਈ ਅਫਸਰ ਨਹੀਂ ਰੁਕਦਾ ਤਾਂ ਫਿਰ? ਕੈਪਟਨ ਰਾਏ ਸਵਾਲਾਂ ਨੂੰ ਗਲਤ ਮੋੜ ਦੇ ਰਹੇ ਨੇ ਸਰ। ਜੋ ਗੱਲ ਹੋਈ ਨਹੀਂ ਉਹਨੂੰ ਪੁੱਛਣ ਦਾ ਕੀ ਮਤਲਬ? ਫਿਰ ਹਲੇ ਇਹ ਕਿੱਥੇ ਸਾਬਤ ਹੋਇਆ ਕਿ ਉਸ ਰਾਤ ਰਾਮਚੰਦਰ ਨੇ ਇਹਨਾਂ ਦੋਨਾਂ ਅਫਸਰਾਂ ਨੂੰ ਰੁਕਣ ਲਈ ਚੈਲੰਜ ਕੀਤਾ ਸੀ ਤੇ ਪਾਸਵਰਡ ਪੁੱਛਿਆ ਸੀ। ਗਵਾਹ ਕਿਵੇਂ ਦੱਸ ਸਕਦਾ ਉਹੀ ਹੈ? ਤਾਂ ਮੈਂ ਕਹਿ ਰਿਹਾ ਕਿ ਜੋ ਗਵਾਹ ਨੇ ਸੁਣਿਆ ਇਹਨੂੰ ਕਿਵੇਂ ਦੱਸ ਸਕਦਾ ਹੈ? ਮੇਰੀ ਕੋਰਟ ਨੂੰ ਬੇਨਤੀ ਹੈ ਕਿ ਅੱਜ ਰਾਤ 9 ਵਜੇ ਘਟਨਾ ਵਾਲੀ ਥਾਂ ਤੇ ਚਲਿਆ ਜਾਵੇ। ਜੱਜ ਸਾਹਿਬਾਨ ਉੱਥੇ ਖੜੇ ਹੋ ਜਾਣ ਜਿੱਥੇ ਸੂਬੇਦਾਰ ਸਾਹਿਬ ਖੜੇ ਸੀ। ਇੱਕ ਮੋਟਰਸਾਈਕਲ ਚਲਾਈ ਜਾਵੇ। ਕੋਈ ਹੋਰ ਸੈਨਿਕ ਪਹਿਰਾ ਚੌਕੀ ਤੇ ਖੜਾ ਹੋ ਕੇ ਥੰਮ ਕੌਣ ਹੈ ਦੀ ਲਲਕਾਰ ਲਗਾਵੇ ਤਾਂ ਪਤਾ ਲੱਗ ਜਾਏਗਾ ਕਿ ਇੰਨੀ ਦੂਰੀ ਤੋਂ ਆਵਾਜ਼ ਸੁਣਾਈ ਦਿੰਦੀ ਹੈ ਕਿ ਨਹੀਂ। पर इस तो साबित की होएगा कि रामचंद्र ने गोली नहीं चलाई, एक अफसर का खून के दूसरे ते कातलाना हमला नहीं किया। ਨਹੀਂ ਸਰ, ਇਹ ਤਾਂ ਰਾਮਚੰਦਰ ਖੁਦ ਕਨਫੈਸ ਕਰ ਚੁੱਕਿਆ ਹੈ। ਮੈਂ ਤਾਂ ਕੋਰਟ ਨੂੰ ਸੈਨਾ ਦੇ ਇਸ ਕਾਨੂੰਨ ਦੀ ਯਾਦ ਦਿਵਾਉਣਾ ਆਪਣਾ ਫਰਜ਼ ਸਮਝਦਾ ਕਿ ਅਗਰ ਗਾਰਡ ਦੇ ਚੈਲੰਜ ਕਰਨ ਤੇ ਵੀ ਕੋਈ ਅਫਸਰ ਨਹੀਂ ਰੁਕਦਾ ਤਾਂ ਉਸ ਨੂੰ ਗੋਲੀ ਮਾਰਨ ਦਾ ਅਧਿਕਾਰ ਹੈ। Don't try to take this court the army law। तू मैनू कानून सिखाएगा? इस कोर्ट च कोई भी काम लुका छुपा के नहीं किया जाएगा। ਉਹ ਚੀਜ਼ ਬਾਤ ਦੱਸੋ ਕੀ ਲਿਖ ਕੇ ਦਿੱਤਾ ਇਸ ਕਾਗਜ਼ ਤੇ ਮੈਨੂੰ? ਜੇ ਇਹ ਸਾਬਿਤ ਹੋ ਗਿਆ ਕਿ ਰਾਮਚੰਦਰ ਦੇ ਚੈਲੰਜ ਕਰਨ ਤੇ ਵੀ ਦੋਨੋਂ ਅਫਸਰ ਨਹੀਂ ਰੁਕੇ ਸੀ ਤਾਂ ਆਰਮੀ ਦੇ ਰੂਲਸ ਮੁਤਾਬਿਕ ਰਾਮਚੰਦਰ ਨੂੰ ਗੋਲੀ ਚਲਾਉਣ ਦਾ ਅਧਿਕਾਰ ਹੈ। ਇਟ ਇਜ਼ ਹਿਸ ਡਿਊਟੀ ਟੂ ਓਪਨ ਫਾਇਰ ਐਂਡ ਕਿਲ। बेशक सर, ऐसा कानून है पर इसका सख्ती नाल पालन केवल युद्ध के दिनों Don't talk rubbish। युद्ध ਤੇ ਸ਼ਾਂਤੀ ਦੇ ਕਾਨੂੰਨ ਅਲੱਗ-ਅਲੱਗ ਨਹੀਂ ਹੁੰਦੇ। No is law, war or no war। ਸਾਨੂੰ ਹਾਸੇ ਵਾਲੀ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ। ਡਿਫੈਂਸ ਕੌਂਸਲ ਜਾਣਬੁੱਝ ਕੇ ਮੁਕੱਦਮੇ ਨੂੰ ਗਲਤ ਦਿਸ਼ਾ ਵੱਲ ਲਿਜਾ ਰਿਹਾ ਹੈ। ਜਦੋਂ ਕਿ ਰਾਮਚੰਦਰ ਖੁਦ ਹੀ ਮੰਨ ਚੁੱਕਾ ਹੈ ਕਿ ਉਸਨੇ ਮਰਡਰ ਕੀਤਾ ਹੈ ਤੇ ਪੂਰੇ ਹੋਸ਼ੋ-ਹਵਾਸ ਵਿੱਚ ਕੀਤਾ ਹੈ ਤਾਂ ਫਿਰ ਚੈਲੰਜ ਕਰਨ ਜਾਂ ਨਾ ਕਰਨ ਦੀ ਗੱਲ ਨੂੰ ਅਹਿਮੀਅਤ ਦੇਣੀ ਫਿਜ਼ੂਲ ਹੈ। ਪਰ ਕਿਉਂ ਨਾ ਜਾਇਆ ਜਾਵੇ ਹਾਸੇ ਵਾਲੀ ਜਗ੍ਹਾ ਤੇ? ਇਹ ਕੋਰਟ ਮਾਰਸ਼ਲ ਸੱਚ ਜਾਣਨ ਲਈ ਹੋ ਰਿਹਾ ਹੈ, ਸੱਚ ਛੁਪਾਉਣ ਲਈ ਨਹੀਂ। ਕੋਰਟ ਜਾਏਗਾ ਹਾਸੇ ਵਾਲੀ ਜਗ੍ਹਾ ਤੇ, ਹਰ ਹਾਲਤ 'ਚ ਜਾਏਗਾ। ਤਾਂ ਫਿਰ ਰਾਮਚੰਦਰ ਹੀ ਬਰੀ ਹੋ ਜਾਏਗਾ। ਮਿਸਟਰ ਜੱਜ ਐਡਵੋਕੇਟ, ਕਦੋਂ ਲੈ ਲਿਆ ਫੈਸਲਾ ਇਸ ਕੋਰਟ ਨੇ ਕਿ ਹਰ ਹਾਲਤ 'ਚ ਰਾਮਚੰਦਰ ਨੂੰ ਫਾਂਸੀ ਦੇਣੀ ਦੇਣੀ ਹੈ? ਪਰ ਸਰ ਪਰ ਕੀ ਇਸ ਕੋਰਟ ਮਾਰਸ਼ਲ ਦਾ ਪ੍ਰੀਜ਼ਾਈਡਿੰਗ ਅਫੀਸਰ ਕੌਣ ਹੈ? ਮੈਂ ਜਾਂ ਤੁਸੀਂ? ਕੈਪਟਨ ਰॉय, ਅੱਜ ਰਾਤ ਕੋਰਟ ਹਾਸੇ ਵਾਲੀ ਜਗ੍ਹਾ ਤੇ ਜਾਏਗਾ ਤੇ ਪਤਾ ਲੱਗ ਜਾਏਗਾ ਕਿ ਇੰਨੀ ਦੂਰੀ ਤੋਂ ਆਵਾਜ਼ ਸੁਣਾਈ ਦਿੰਦੀ ਹੈ ਜਾਂ ਨਹੀਂ। ਸਰ ਮੈਂ ਨਹੀਂ ਚਾਹੁੰਦਾ ਕਿ ਕੋਰਟ ਹਾਦਸੇ ਵਾਲੀ ਜਗ੍ਹਾ ਤੇ ਜਾ ਕੇ ਆਪਣਾ ਵਕਤ ਜ਼ਾਇਆ ਕਰੇ ਕਿਉਂਕਿ ਰਾਮਚੰਦਰ ਇੱਥੇ ਕੁਝ ਕਹਿਣਾ ਚਾਹੁੰਦਾ ਹੈ। नो! रामचंद्र कुछ नहीं बोल सकता। गवाही सूबेदार बलवंत सिंह की चल रही है। ਮੈਂ ਉਸ ਰਾਤ ਲਲਕਾਰ ਨਹੀਂ ਲਗਾਈ ਸੀ, ਬਿਨਾਂ ਚੈਲੰਜ ਦੇ ਗੋਲੀ ਚਲਾ ਦਿੱਤੀ ਸੀ। What? ਲਲਕਾਰ ਨਹੀਂ ਲਗਾਈ ਸੀ? ਜੀ ਨਹੀਂ ਲਗਾਈ ਸੀ। the court may note this confession of Ramchandra. He opened fire without Sit challenging. down that man. Who the hell made you the prosecutor? ਗਵਾਹੀ ਤਾਂ ਤੁਹਾਡੀ ਵੀ ਹੋਏਗੀ ਕੈਪਟਨ ਕਪੂਰ। ਉਦੋਂ ਆਪਣੀ ਗੱਲ ਕਹਿ ਲੈਣਾ। ਐਡੀ ਜਲਦੀ ਵੀ ਕੀ ਹੈ ਰਾਮਚੰਦਰ ਨੂੰ ਫਾਂਸੀ ਤੇ ਚੜਾਉਣ ਦੀ? ਪਲੀਜ਼ ਰਿਲੈਕਸ। ਹਾਂ ਤਾਂ ਸੂਬੇਦਾਰ ਸਾਹਿਬ, ਹੁਣ ਤਾਂ ਰਾਮਚੰਦਰ ਨੇ ਖੁਦ ਸਵੀਕਾਰ ਕਰ ਲਿਆ ਕਿ ਉਸਨੇ ਬਿਨਾਂ ਚੈਲੰਜ ਕੀਤੇ ਗੋਲੀ ਚਲਾਈ ਸੀ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਅੱਖਾਂ ਤੇ ਕੰਨ ਬਿਲਕੁਲ ਠੀਕ ਠਾਕ ਕੰਮ ਕਰ ਰਹੇ ਨੇ। ਮਾਫ ਕਰਨਾ ਮੈਂ ਇਹਨਾਂ ਤੇ ਖਾਮਖਾ ਸ਼ੱਕ ਕੀਤਾ, ਪਰ ਇੱਕ ਬੇਨਤੀ ਕਰਾਂਗਾ
कि सोचो जरूर कि रामचंद्र ने गोली क्यों चलाई, क्यों की उसने हत्या। शायद तो सच्चाई पता लग जाए। थैंक यू। 5 ਮਿੰਟ ਦੀ ਬ੍ਰੇਕ, ਤੁਸੀਂ ਸਾਰੇ ਬਾਹਰ ਜਾ ਸਕਦੇ ਹੋ। ਕੈਪਟਨ ਰॉय, ਤੁਸੀਂ ਇੱਥੇ ਰੁਕੋ। ਕੈਪਟਨ ਰॉय, ਵਾਟ ਆਰ ਯੂ ਅਪ ਟੂ? ਰਾਮਚੰਦਰ ਨੂੰ ਇਹ ਗੱਲ ਇਕਬਾਲ ਕਰਨ ਦਾ ਇਸ਼ਾਰਾ ਕਿਉਂ ਕੀਤਾ ਤੂੰ? ਉਸ ਨੂੰ ਖੁਦ ਹੀ ਫਾਂਸੀ ਦੇ ਰਸੇ ਵੱਲ ਤੱਕ ਦੇਗਾ ਕਿਉਂ? ਆਖਿਰ ਕਿਉਂ? सच मैं रामचंद्र को किसी टेक्निकल आधार पर बचाने नहीं है। सच है कि उसने गोली चलाई, ये हत्या की थी, पर सवाल यह है कि उसने ये गोली क्यों चलाई, क्यों की थी उसने हत्या। मैं रामचंद्र को बचाने नहीं आया सर, क्योंकि उसको कोई बचा ही नहीं सकता। पर कोशिश तो कर सकते हैं। मेरी कोशिश उस तो भी बड़ी चीज को बचाने की सर, यही सच, वो सच जो रामचंद्र की जान तो बड़ा है, बहुत बड़ा है। उसकी आत्मा बहुत कीमती है, तो उसे सच की तलाश है सर। तो की है विकास राय, वकील या? मैं शिकारी हूं सर, आत्मा का शिकारी, हंटर ऑफ द सोल। यू मे गो कैप्टन। थैंक यू। किसी कोर्ट मार्शल से ਤੁਹਾਡਾ ਸਾਹਮਣਾ ਹੋਇਆ ਹੈ ਇਸ ਆਦਮੀ ਨਾਲ? He does not speak our language. आत्मा ਦਾ शिकारी, hunter of the soul. What the hell does it mean? ਇਸ ਆਦਮੀ ਤੋਂ ਹੁਸ਼ਿਆਰ ਹੈ ਨਾ ਸਰ, ਇਹ ਸ਼ਬਦਾਂ ਦਾ ਇਸਤੇਮਾਲ ਹਥਿਆਰ ਵਾਂਗੂ ਕਰਦਾ ਹੈ। ਮੇਰਾ ਇਸ ਨਾਲ ਪਹਿਲਾਂ ਵੀ 2-3 ਵਾਰ ਸਾਹਮਣਾ ਹੋ ਚੁੱਕਿਆ ਹੈ। ਆਰਮੀ ਹੈੱਡਕੁਆਰਟਰ ਦੇ ਲਾਅ ਡਿਪਾਰਟਮੈਂਟ ਨੇ ਬੜਾ ਸੋਚ ਸਮਝ ਕੇ ਇਸ ਨੂੰ ਇੱਥੇ ਭੇਜਿਆ ਹੋਵੇਗਾ। ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਘਟਨਾ ਹੋਵੇਗੀ ਕਿ ਜਦੋਂ ਕਿਸੇ ਜਵਾਨ ਨੇ ਕਿਸੇ ਅਫਸਰ ਦਾ ਕਤਲ ਕੀਤਾ ਹੋਵੇ। ਤੁਹਾਨੂੰ ਜਨਰਲ ਲਾਰਕਿਨ ਦਾ ਕੇਸ ਤਾਂ ਯਾਦ ਹੈ ਨਾ ਸਰ? ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਵਿਕਾਸ ਰਾਏ ਉਸੇ ਕੇਸ 'ਚ ਸਰਕਾਰੀ ਵਕੀਲ ਸੀ। ਉਸ ਨੂੰ ਸਪਾਈਂਗ ਦੇ ਕੇਸ ਵਿੱਚ ਐਡੀ ਵੱਡੀ ਸਜ਼ਾ ਐਸੇ ਨੇ ਦਵਾਈ ਸੀ ਸਰ। ਪਰ ਇੱਥੇ ਤਾਂ ਡਿਫੈਂਸ ਕੌਂਸਲ ਹੈ, ਕਿਵੇਂ ਬਚਾਏਗਾ ਰਾਮਚੰਦਰ ਨੂੰ? ਖੁਦ ਹੀ ਕਨਫੈਸ ਕਰਵਾ ਦਿੱਤਾ ਕਿ ਬਿਨਾਂ ਚੈਲੰਜ ਤੋਂ ਗੋਲੀ ਚਲਾਈ ਸੀ। ਸਵਾਲ ਇਹ ਨਹੀਂ ਹੈ ਸਰ ਕਿ ਉਹ ਰਾਮਚੰਦਰ ਨੂੰ ਕਿਵੇਂ ਬਚਾਏਗਾ, ਸਵਾਲ ਇਹ ਹੈ ਕਿ ਉਹ ਹੋਰ ਕਿਸ ਨੂੰ ਮਰਵਾਏਗਾ। Sir, may we go out for 2 minutes? Go. Thank you. ਦੁਸ਼ਮਣੀ ਦੀ ਬਦਬੂ, ਜੰਗ ਦੇ ਦਿਨਾਂ ਵਾਲੀ ਦੁਸ਼ਮਣੀ ਦੀ ਬਦਬੂ। ਪਿਛਲੇ ਯੁੱਧ ਵਿੱਚ ਬਾਕੀ ਬਚੇ 3 ਜਵਾਨਾਂ ਦੇ ਨਾਲ ਮੈਂ ਦੁਸ਼ਮਣ ਦੀ ਚੌਕੀ ਤੇ ਹਮਲਾ ਕੀਤਾ ਸੀ ਤੇ ਮਤਲਬ ਬਿਲਕੁਲ ਸਾਫ਼ ਸੀ, ਮਾਰੋ ਨਹੀਂ ਤੇ ਮਾਰ ਦਿੱਤੇ ਜਾਓ। ਉਦੋਂ ਆਈ ਸੀ ਇਹ ਦੁਸ਼ਮਣੀ ਦੀ ਬਦਬੂ। ਔਰ ਇੱਥੇ ਕੋਰਟ ਮਾਰਸ਼ਲ ਤੇ ਕੋਈ ਜੰਗ ਨਹੀਂ ਛਿੜੀ। ਇਹ ਕਿਉਂ ਆ ਰਹੀ ਹੈ ਦੁਸ਼ਮਣੀ ਦੀ ਬਦਬੂ? ਕਿ ਵਿਕਾਸ ਰਾਏ ਦੁਸ਼ਮਣ ਹੈ, और दुश्मन कोई है जरूर। बदबू है तो दुश्मन भी जरूर होएगा, अगर है तो मेरे हाथों बचेगा नहीं।